लगता नौजवानों दे विच की निराशा सीगी जिहड़ी कि अज वाकई इस किसानी अंदोलन दे विच नौजवान बहुत घट रुझान कर 26 जनवरी ਨੂੰ ਇੱਕ ਵੱਡੀ ਖਾਸ ਈਵੈਂਟ ਸੀਗੀ ਜਿਹਦੇ ਕਰਕੇ ਬਹੁਤ ਸਾਰਾ ਨੌਜਵਾਨ ਖਾਸ 26 ਜਨਵਰੀ ਕਰਕੇ ਹੀ ਆਇਆ ਸੀਗਾ। ਉਹਨੇ ਵੈਸੇ ਵਾਪਸ ਜਾਣਾ ਹੀ ਸੀਗਾ, ਇਹ 'ਚ ਕੋਈ ਦੋ ਰਾਏ ਨਹੀਂ। ਜਦੋਂ ਪਰਚੇ ਦਰਜ ਹੋਏ, ਪੁਲਿਸ ਆਈ, ਤਸ਼ੱਦਦ ਹੋਇਆ, ਹਮਲੇ ਹੋਏ ਤਾਂ ਉਹ ਤੋਂ ਕੁਛ ਹਿੱਸਾ ਡਰ ਕੇ ਵੀ ਗਿਆ, ਚਾਹੇ ਉਹ ਬਹੁਤ ਛੋਟਾ ਹੈ। ਅੱਜ ਵੀ ਕਿਸਾਨ ਯੂਨੀਅਨ ਆ ਕੋਈ ਵੱਡਾ ਪ੍ਰੋਗਰਾਮ ਦੇਣ ਸਰਕਾਰ ਦੇ ਖਿਲਾਫ, ਮੇਰੇ ਖਿਆਲ ਦੇ ਵਿੱਚ ਨੌਜਵਾਨ ਅੱਜ ਵੀ ਆ ਜਾਏਗਾ। ਜਿਹੜੀ ਆਪਾਂ ਪਹਿਲਾਂ ਸਰਕਾਰ ਦੇ ਖਿਲਾਫ ਲੜ ਰਹੇ ਸੀਗੇ, ਹੁਣ ਅਸੀਂ ਆਪਣੇ ਆਪਸ 'ਚ ਲੜ ਰਹੇ ਹਾਂ। ਲੜਾਈ ਵੀ ਬੜੀ ਨਿਗੁਣੀ ਲੜ ਰਹੇ ਹਾਂ ਇੱਕ ਦੂਜੇ ਨੂੰ ਗਲਤ ਸਾਬਤ ਕਰਨ ਦੀ। ਕਿ ਅੱਜ ਦੀ ਘੜੀ ਜਿਹਨੇ ਵੀ ਭੂਮਿਕਾ ਇਹ ਨਿਭਾਈ ਤੇ ਉਹ ਏਕਤਾ ਦੀ ਬਜਾਏ ਮਤਭੇਦਾਂ ਨੂੰ ਵਧਾਉਣ ਦੀ ਗੱਲ ਕਰੂਗਾ, ਉਹਦਾ ਇਤਿਹਾਸ ਦੇ ਵਿੱਚ ਨਾਂ ਜਿਹੜਾ ਉਹ ਚੰਗਾ ਨਹੀਂ ਲਿਖਿਆ ਜਾਏਗਾ। ਕੀ ਲੱਗਦਾ ਕਿ ਅੱਜ ਜਥੇਬੰਦੀਆਂ ਦੀਪ ਸਿੱਧੂ ਜਾਂ ਲੱਖਾ ਸਦਾਨਾ ਸਾਰੇ ਹੀ ਇੱਕ ਕਲਾਵੇ ਦੇ ਵਿੱਚ ਲੈ ਕੇ ਮੋਰਚੇ ਨੂੰ ਅੱਗੇ ਲੈ ਕੇ ਜਾਣਗੇ? ਇੱਕ ਨੌਜਵਾਨ ਉਹ ਆ ਜਿਹੜਾ ਪੰਜਾਬੀ ਸੱਭਿਆਚਾਰ ਤੋਂ ਪ੍ਰਭਾਵਿਤ ਹੋ ਕੇ ਇੱਥੇ ਆ ਰਿਹਾ, ਇੱਕ ਨੌਜਵਾਨ ਉਹ ਵੀ ਹੈਗਾ ਜਿਹੜੀਆਂ ਪੋਲੀਟੀਕਲ ਲਾਲਸਾਵਾਂ। ਦਰਸ਼ਕੋ ਤੁਸੀਂ ਦੇਖ ਰਹੇ ਹੋ ਪੰਜਾਬ ਨਿਊਜ਼ ਤੇ ਮੈਂ ਹਰਜੀਤ ਕੌਰ। ਲਗਾਤਾਰ ਤੁਹਾਨੂੰ ਕਿਸਾਨੀ ਅੰਦੋਲਨ ਦੀ ਪਲ ਪਲ ਦੀ ਅਪਡੇਟ ਦੇ ਰਹੇ ਸੀ, ਜਿੱਥੇ ਤੁਸੀਂ ਦੇਖਿਆ ਕਿ ਅੱਜ ਨੌਜਵਾਨਾਂ ਤੇ ਜਥੇਬੰਦੀਆਂ ਦੇ ਵਿੱਚ ਜਿੱਥੇ ਸਰਕਾਰ ਵੱਲੋਂ ਕੋਈ ਨਾ ਕੋਈ ਤਕਰੀਰਾਂ ਜਿਹੜੀਆਂ ਉਹ ਵਧਾਈਆਂ ਜਾ ਰਹੀਆਂ ਸੀ, ਪਰ ਅੱਜ ਬਾਪੂ ਹਰਦੀਪ ਸਿੰਘ ਜੀ ਡਿਬਡਿਬਾ ਜੀ ਨੇ ਜਿਹੜਾ ਕਿ ਨੌਜਵਾਨ ਕਿਸਾਨ ਮਾਰਚ ਕੱਢਿਆ ਹੈਗਾ ਤੇ ਇਸ ਕਿਸਾਨੀ ਅੰਦੋਲਨ ਦੇ ਵਿੱਚ ਪਹੁੰਚੇ ਨੇ। ਮੋਗਾ ਤੋਂ ਹਰਦੀਪ ਸਿੰਘ ਜੀ ਆਪ ਅਗਵਾਈ ਕਰਦਿਆਂ ਇਸ ਕਿਸਾਨੀ ਅੰਦੋਲਨ ਦੇ ਵਿੱਚ ਉਹ ਨੌਜਵਾਨਾਂ ਨੂੰ ਲੈ ਕੇ ਆਏ ਨੇ। ਸਾਡੇ ਨਾਲ ਵੀ ਮਨਧੀਰ ਸਿੰਘ ਜੀ ਨੇ ਜਿਹੜੇ ਕਿ ਨਾਲ ਹਰਦੀਪ ਸਿੰਘ ਜੀ ਡਿਬਡਿਬਾ ਜੀ ਦੇ ਆਏ ਨੇ ਤੇ ਗੱਲਬਾਤ ਕਰਾਂਗੇ ਇਹਨਾਂ ਨਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਦੇਖ ਸਕਦੇ ਹੋ ਕਿ ਬਾਬੂ ਹਰਦੀਪ ਸਿੰਘ ਜੀ ਜਿਹੜੇ ਨੇ ਆਪਣੀ ਕੌਮ ਲਈ ਆਪਣਾ ਪੁੱਤਰ ਵਾਰ ਦਿੱਤਾ ਹੈਗਾ, ਦੋ ਪੁੱਤਰਾ ਵਾਰ ਦਿੱਤਾ ਹੈਗਾ ਨਾ, ਕਿਉਂਕਿ ਪਿੱਛੇ ਰਹਿ ਹੀ ਕੀ ਜਾਂਦਾ, ਪਰ ਫਿਰ ਵੀ ਕਿਤੇ ਨਾ ਕਿਤੇ ਤਰਲੇ ਮਿੰਤਾ ਕਰ ਰਹੇ ਨੇ ਕਿ ਆਗੂਆਂ ਨੂੰ ਕਹਿ ਰਹੇ ਨੇ ਕਿ ਨੌਜਵਾਨਾਂ ਨੂੰ ਆਪਣੇ ਕਲਾਵੇ ਦੇ ਵਿੱਚ ਰਹੋ ਤੇ ਨੌਜਵਾਨਾਂ ਨੂੰ ਵੀ ਕਹਿ ਰਹੇ ਕਿ ਨਹੀਂ ਅਸੀਂ ਜਿੱਤਾਂ ਹਾਸਲ ਕਰਨੀ ਆ, ਮੋਰਚੇ ਦੇ ਵਿੱਚ ਦੁਬਾਰਾ ਇਕੱਤਰ ਹੋਈਏ। ਕੀ ਲੱਗਦਾ ਕਿ ਉਹਨਾਂ ਦਾ ਇੱਕ ਬੇਨਤੀ ਕਰਨਾ ਜਿਨ੍ਹਾਂ ਨੇ, ਕਿਉਂਕਿ ਉਹਨਾਂ ਨੂੰ ਤਾਂ ਖੁਦ ਨਾਲ ਲੈ ਕੇ ਸਾਰਿਆਂ ਨੇ ਹੀ ਇਕੱਤਰ ਹੋ ਜਾਣਾ ਚਾਹੀਦਾ ਸੀ, ਇਹਦੇ ਵਿੱਚ ਜੋ ਅੱਜ ਹਾਲਾਤ ਬਣੇ ਹੋਏ ਉਸ ਨੂੰ ਕਿਸ ਤਰ੍ਹਾਂ ਦੇਖਦੇ? ਨਹੀਂ, ਇੱਕ ਤਾਂ ਮੈਂ ਕਹੂੰਗਾ ਕਿ ਬੇਨਤੀ ਵਾਲੀ ਤੇ ਨਹੀਂ ਕੋਈ ਗੱਲ, ਉਹਨਾਂ ਨੇ ਹੋਕਾ ਦਿੱਤਾ ਤੇ ਉਹਦੇ ਹੋਕੇ ਦਾ ਹਾਂ ਪੱਖੀ ਹੁੰਗਾਰਾ ਹੀ ਹੋਇਆ। ਨੌਜਵਾਨਾਂ ਵੱਲੋਂ ਤਾਂ ਆਸ ਮੁਤਾਬਕ ਸਾਡੇ ਸੀਗਾ ਹੀ ਕਿ ਨੌਜਵਾਨ ਸਾਰੇ ਨਵਰੀਤ ਸਿੰਘ ਦੀ ਸ਼ਹਾਦਤ ਕਰਕੇ ਜਾਂ ਡਿਬਡਿਬਾ ਸਾਹਿਬ ਦੇ ਜੋ ਸਿੱਖਾ ਸਟਰਗਲ 'ਚ ਉਹਨਾਂ ਦਾ ਯੋਗਦਾਨ ਹੈਗਾ ਉਹਦੇ ਕਰਕੇ ਉਹਨਾਂ ਬਾਰੇ ਸਾਰੂ ਪੱਖ ਸੀਗਾ, ਉਹਦੇ ਬਾਰੇ ਤਾਂ ਨੌਜਵਾਨਾਂ ਦੇ ਚੰਗੇ ਹੁੰਗਾਰੇ ਬਾਰੇ ਆਸ ਸੀਗੀ। ਤੇ ਕਿਸਾਨ ਯੂਨੀਅਨਾਂ ਦੇ ਵੀ ਬਹੁਤ ਸਾਰੇ ਲੀਡਰਾਂ ਨੇ ਹਾਂ ਪੱਖੀ ਹੁੰਗਾਰਾ ਹੀ ਦਿੱਤਾ। 7 ਮਾਰਚ ਨੂੰ ਵੀ ਬਹੁਤ ਸਾਰੀਆਂ ਜਥੇਬੰਦੀਆਂ ਦੇ ਜਿਹੜੇ ਵੱਡੇ ਆਗੂ ਉਹ ਪਹੁੰਚੇ ਤੇ ਉਹਨਾਂ ਨੇ ਜੋ ਉਹਨਾਂ ਦੀਆਂ ਪਹਿਲ ਕਦਮੀਆਂ ਸੀਗੀਆਂ ਉਹਨਾਂ ਪ੍ਰਤੀ ਉਹਨਾਂ ਨੇ ਹਾਂ ਪੱਕੀ ਗੱਲ ਕੀਤੀ। ਤੇ ਅੱਜ ਵੀ ਤੇ ਉਸ ਤੋਂ ਪਹਿਲਾਂ 23 ਤਰੀਕ ਨੂੰ ਖਟਕੜ ਕਲਾਂ ਵੀ। ਤੋ ਮੈਂ ਸਮਝਦਾ ਕਿ ਅਜੇ ਤੱਕ ਗੱਲ ਤਾਂ ਉਸਾਰੂ ਪਾਸੇ ਨੂੰ ਹੀ ਆ, ਬਾਕੀ ਹਜੇ ਨਤੀਜੇ ਨਿਕਲਣੇ ਬਕਾਇਆ। ਪੰਥਕ ਸ਼ਖਸੀਅਤ ਤੋਂ ਚੰਗੀ ਤਰ੍ਹਾਂ ਤੁਸੀਂ ਇਸ ਮੋਰਚੇ ਦੇ ਵਿੱਚ ਰਹਿ ਕੇ ਸਾਰੇ ਹੀ ਪੱਖ ਜਾਣੇ ਹੈਗੇ ਨੇ, ਤੇ ਕੀ ਲੱਗਦਾ ਨੌਜਵਾਨਾਂ ਦੇ ਵਿੱਚ ਕੀ ਨਿਰਾਸ਼ਾ ਸੀਗੀ ਜਿਹੜੀ ਕਿ ਅੱਜ ਵਾਕਈ ਇਸ ਕਿਸਾਨੀ ਅੰਦੋਲਨ ਦੇ ਵਿੱਚ ਨੌਜਵਾਨ ਬਹੁਤ ਘੱਟ ਰੁਝਾਨ ਕਰ ਰਹੇ? ਨਹੀਂ, ਇੱਕ ਗੱਲ ਮੈਂ ਇਹ ਕਹਿਣੀ ਚਾਹੂੰਗਾ ਕਿ ਕੱਲੀ ਨਿਰਾਸ਼ਤਾ ਦੀ ਵਾਲੀ ਗੱਲ ਨਹੀਂ ਹੈ। ਠੀਕ ਹੈ, ਕੁਛ ਨਿਰਾਸ਼ਤਾ ਵੀ ਹੋਊਗੀ, ਪਰ ਆਪਾਂ ਨਾ ਆਪਣੇ ਆਪ ਨੂੰ ਕੰਪੇਅਰ 26 ਜਨਵਰੀ ਨਾਲ ਕਰਨ ਲੱਗ ਜਾਂਦੇ। 26 ਜਨਵਰੀ ਨੂੰ ਇੱਕ ਵੱਡੀ ਖਾਸ ਈਵੈਂਟ ਸੀਗੀ ਜਿਹਦੇ ਕਰਕੇ ਬਹੁਤ ਸਾਰਾ ਨੌਜਵਾਨ ਖਾਸ 26 ਜਨਵਰੀ ਕਰਕੇ ਹੀ ਆਇਆ ਸੀਗਾ, ਉਹਨੇ ਵੈਸੇ ਵਾਪਸ ਜਾਣਾ ਹੀ ਸੀਗਾ, ਇਹ 'ਚ ਕੋਈ ਦੋ ਰਾਏ ਨਹੀਂ। ਦੂਜਾ ਇਹ ਹੋਇਆ ਕਿ 26 ਜਨਵਰੀ ਕਰਕੇ ਜਿਹੜੇ ਪੁਲਿਸ ਕੇਸ ਹੋਏ ਉਸ ਤੋਂ ਬਾਅਦ ਬਹੁਤ ਸਾਰੇ ਨੌਜਵਾਨਾਂ ਦੇ ਪਰਿਵਾਰਾਂ ਨੇ ਉਹਨਾਂ ਦੇ ਉੱਤੇ ਪ੍ਰੈਸ਼ਰ ਪਾਇਆ ਕਿ ਉਹਨਾਂ ਦਾ ਕੋਈ ਨੁਕਸਾਨ ਨਾ ਹੋ ਜਾਏ, ਉਹਦੇ ਕਰਕੇ ਵੀ ਕੁਝ ਨੌਜਵਾਨ ਵਾਪਸ ਗਏ। ਕੁਝ ਨੌਜਵਾਨ ਜੋ 2 ਦਿਨ ਸਟੇਜ ਦੀ ਕਾਰਵਾਈ ਚੱਲੀ ਉਹਦੇ ਤੋਂ ਜੋ ਨਾ ਪੱਖੀ ਗੱਲਾਂ ਹੋਈਆਂ ਉਹਦੇ ਕਰਕੇ ਵਾਪਸ ਗਏ। ਤੇ ਇੱਕ ਹਿੱਸਾ ਨੌਜਵਾਨਾਂ ਦਾ ਐਸਾ ਵੀ ਹੈਗਾ ਜਿਹੜੇ ਨੂੰ ਪੁਰਾਣੇ ਸਟਰਗਲਾਂ ਦੀ ਕੋਈ ਉਹਨਾਂ ਦਾ ਤਜਰਬਾ ਨਹੀਂ ਸੀਗਾ, ਉਹਨਾਂ ਨੂੰ ਲੱਗਦਾ ਸੀਗਾ ਕਿ ਸਟਰਗਲ ਮੇਲੇ ਵਾਂਗੂ ਹੀ ਹੁੰਦਾ। ਜਦੋਂ ਸਟਰਗਲ ਅਸਲ 'ਚ ਸਟਰਗਲ ਬਣੀ, ਜਦੋਂ ਪਰਚੇ ਦਰਜ ਹੋਏ, ਪੁਲਿਸ ਆਈ, ਤਸ਼ੱਦਦ ਹੋਇਆ, ਹਮਲੇ ਹੋਏ ਤਾਂ ਉਹ ਤੋਂ ਕੁਛ ਹਿੱਸਾ ਡਰ ਕੇ ਵੀ ਗਿਆ, ਚਾਹੇ ਉਹ ਬਹੁਤ ਛੋਟਾ ਹੈ। ਤੋ ਉਹਦੇ ਵਿੱਚ ਕੱਲੀ ਨਿਰਾਸ਼ਤਾ ਦੀ ਗੱਲ ਨਹੀਂ ਹੈ, ਉਹਦੇ ਵਿੱਚ 4-5 ਵੱਡੇ ਫੈਕਟਰ ਹੈ ਜਿਹਦੇ ਕਰਕੇ ਨੌਜਵਾਨ ਨਹੀਂ ਹੈਗਾ। ਪਰ ਇਸ ਤਰ੍ਹਾਂ ਨਹੀਂ ਹੈਗਾ ਕਿ ਨੌਜਵਾਨ ਇਸ ਸਟਰਗਲ ਦੇ ਉਲਟ ਹੋ ਗਿਆ ਹੋਇਆ। ਅੱਜ ਵੀ ਕਿਸਾਨ ਯੂਨੀਅਨ ਆ ਕੋਈ ਵੱਡਾ ਪ੍ਰੋਗਰਾਮ ਦੇਣ ਸਰਕਾਰ ਦੇ ਖਿਲਾਫ, ਮੇਰੇ ਖਿਆਲ ਦੇ ਵਿੱਚ ਨੌਜਵਾਨ ਅੱਜ ਵੀ ਆ ਜਾਏਗਾ। ਤੋ ਗੱਲ ਇਹ ਆ ਕਿ ਜਿਸ ਲੈਵਲ ਦਾ ਪ੍ਰੋਗਰਾਮ 26 ਜਨਵਰੀ ਨੂੰ ਦਿੱਤਾ ਗਿਆ, ਹੁਣ ਉਦੋਂ ਵੱਡੇ ਪ੍ਰੋਗਰਾਮ 'ਤੇ ਹੀ ਕੋਈ ਆਏਗਾ, ਉਦੋਂ ਛੋਟੇ 'ਤੇ ਉਸ ਤਰੀਕੇ ਦੀ ਸ਼ਮੂਲੀਅਤ ਨਹੀਂ ਹੋਏਗੀ। ਤੋ ਇਹ ਜਿਹੜਾ ਫੈਕਟਰ ਹੈ 3-4 ਇਹ ਸਾਨੂੰ ਆਪਣੇ ਮਾਈਂਡ 'ਚ ਰੱਖਣੇ ਚਾਹੀਦੇ।
ਕਹਿ ਸਕਦੇ ਹਾਂ ਕਿ ਅੱਜ ਫੇਰ ਮੋਰਚਾ ਉਸੇ ਚੜ੍ਹਦੀ ਕਲਾ ਦੇ ਵਿੱਚ ਹੈਗਾ ਜਿਹੜਾ 26 ਤੋਂ ਬਾਅਦ ਕਹਿ ਦਿੱਤਾ ਸੀਗਾ ਕਿ ਇੱਥੇ ਲੋਕ ਘਟਦੇ ਜਾ ਰਹੇ ਨੇ, ਤਾਂ ਅੱਜ ਫੇਰ ਉਸੇ ਤਰ੍ਹਾਂ ਡਿਬਡਿਬਾਜੀ ਕਹਿ ਲਈਏ, ਚਾਹੇ ਇੱਕ ਜ਼ਰੀਆ ਬਣੇ ਨੇ ਉਹ, ਪਰ ਫੇਰ ਨੌਜਵਾਨ ਅੱਜ ਬਹੁਤ ਆਮ ਮੁਹਾਰੇ ਚੱਲ ਕੇ ਇਸ ਕਿਸਾਨੀ ਅੰਦੋਲਨ ਚ ਆਏ। ਇਹ ਤੁਸੀਂ ਕਿਸ ਤਰ੍ਹਾਂ ਦੇਖਦੇ? ਨੇ ਪੰਜਾਬ ਦੇ ਵਿੱਚ ਸਿੱਖਾਂ ਦੇ ਵਿੱਚ ਸਦਾ ਹੀ ਜਿਹੜੇ ਕੁਰਬਾਨੀ ਵਾਲੇ ਲੀਡਰ ਹੈ ਜਾਂ ਪਰਿਵਾਰ ਹੈ ਉਹਨਾਂ ਦੀ ਇੱਕ ਇੱਜ਼ਤ ਮਾਣ ਰਿਹਾ, ਉਹਨਾਂ ਦੇ ਹੋਕੇ ਦਾ ਸਤਿਕਾਰ ਰਿਹਾ। ਤੋ ਡਿਬਡਿਬਾ ਸਾਹਿਬ ਹੁਣਾਂ ਨੇ ਜਿਹੜਾ ਇਹ ਹੋਕਾ ਦਿੱਤਾ ਉਹਦੇ ਬਾਰੇ ਇਹ ਰਿਸਪੌਂਸ ਨੈਚੁਰਲ ਹੀ ਸੀਗਾ। ਤੋ ਇਹਦੇ ਫਰੂਟਫੁਲ ਜਿਹੜੇ ਸਿੱਟੇ ਉਹ ਨਿਕਲ ਸਕਦੇ। ਤੋ ਉਹਦੇ ਲਈ ਮੈਂ ਸਮਝਦਾ ਵੀ ਕਿਸਾਨ ਯੂਨੀਅਨਾਂ ਨੂੰ ਵੀ ਪਹਿਲ ਕਦਮੀ ਕਰਨ ਦੀ ਲੋੜ ਹੈ। ਤੇ ਲੜਾਈ ਤਾਂ ਸਰਕਾਰ ਨਾਲ ਹੈਗੀ, ਅਸੀਂ ਆਪਣੇ ਦੇ ਵਿੱਚ ਕਿਉਂ ਮਤਭੇਦ ਕਰੀਏ? ਹਾਂ, ਉਹ ਤਾਂ ਹੋ ਹੀ ਗਿਆ 2 ਮਹੀਨੇ ਤੋਂ। ਮੈਂ ਸਮਝਣਾ ਕਿ ਜਿਹੜੀ ਖੜੋਤ ਆਈ ਆ ਉਹਦੇ ਵਿੱਚ ਜਿਹੜਾ ਬਿਰਤਾਂਤ ਸਿਰਜਿਆ ਗਿਆ, ਉਹ ਜਿਹੜੀ ਆਪਾਂ ਪਹਿਲਾਂ ਸਰਕਾਰ ਦੇ ਖਿਲਾਫ ਲੜ ਰਹੇ ਸੀਗੇ, ਹੁਣ ਅਸੀਂ ਆਪਣੇ ਆਪਸ 'ਚ ਲੜ ਰਹੇ ਹਾਂ। ਲੜਾਈ ਵੀ ਬੜੀ ਨਿਗੁਣੀ ਲੜ ਰਹੇ ਹਾਂ ਇੱਕ ਦੂਜੇ ਨੂੰ ਗਲਤ ਸਾਬਤ ਕਰਨ ਦੀ। ਮੈਂ ਇਹ ਕਹਿੰਦਾ ਕਿ ਜੇ ਇਹ ਲੋਕ ਸੰਘਰਸ਼ ਹੈ ਤੇ ਲੋਕ ਸੰਘਰਸ਼ ਦੇ ਵਿੱਚ ਫਿਰ ਸਾਰੇ ਲੋਕਾਂ ਦੀ ਜ਼ਿੰਮੇਵਾਰੀ ਹੁੰਦੀ ਆ। ਚੜ੍ਹਦੀ ਕਲਾ ਦਾ ਸਿਹਰਾ ਤਾਂ ਸਾਰੇ ਲੈਣਾ ਚਾਹੁੰਦੇ ਸੀਗੇ 26 ਜਨਵਰੀ ਤੋਂ ਪਹਿਲਾਂ, ਜੇ ਹੁਣ ਖੜੋਤ ਆਈ ਹੈ ਤਦ ਵੀ ਫਿਰ ਸਾਰਿਆਂ ਦੀ ਜ਼ਿੰਮੇਵਾਰੀ। ਉਹ ਠੀਕ ਹੈ ਕਿ ਉਹਦੇ ਵਿੱਚ ਲੀਡਰਸ਼ਿਪ ਦਾ ਰੋਲ ਜਾਂ ਭੂਮਿਕਾ ਸਦਾ ਹੀ ਬੜੀ ਤੇ ਵੱਧ ਗਿਣੀ ਜਾਣੀ, ਆਮ ਲੋਕਾਂ ਦੀ ਘੱਟ ਗਿਣੀ ਜਾਣੀ, ਬਟ ਖੜੋਤ ਦੇ ਵਿੱਚ ਜ਼ਿੰਮੇਵਾਰੀ ਸਾਰਿਆਂ ਦੀ ਹੈ, ਉਹ ਵੱਧ ਘੱਟ ਹੋ ਸਕਦੀ। ਦੀਪ ਸਿੱਧੂ ਤੇ ਲੱਖੇ ਸਿਧਾਣੇ ਦੀ ਵੀ ਗੱਲ ਕੀਤੀ ਜਾ ਰਹੀ ਸੀ, ਕਿਉਂਕਿ ਪਹਿਲਾਂ ਬੇਸ਼ੱਕ ਇਹਨਾਂ ਨੂੰ ਟਾਰਗੇਟ ਕੀਤਾ ਗਿਆ, ਸਰਕਾਰ ਵੱਲੋਂ ਵੀ ਕਿਹਾ ਜਾ ਰਿਹਾ ਕਿ ਇਹਨਾਂ ਨੇ ਹਿੰਸਾ ਭੜਕਾਊ ਭਾਸ਼ਣ ਦਿੱਤੇ ਨੇ, ਇਹਨਾਂ ਨੇ ਖੁਦ ਸਾਰੀ ਜਿਹੜੀ ਸਾਜ਼ਿਸ਼ ਰਚੀ ਸੀ, ਪਰ ਕਿਤੇ ਨਾ ਕਿਤੇ ਸਾਬਤ ਹੋ ਗਿਆ ਕਿ ਕੋਈ ਇਦਾਂ ਦੀ ਜਿਹੜੀ ਉਹ ਸ਼ਰਾਰਤ ਕਿਸੇ ਵੱਲੋਂ ਨਹੀਂ ਕੀਤੀ ਗਈ, ਕਿਉਂਕਿ ਸਾਰੇ ਹੀ ਨੌਜਵਾਨ ਸ਼ਾਂਤਮਈ ਰਹਿ ਕੇ ਹੀ ਪ੍ਰੋਟੈਸਟ ਜਿਹੜਾ ਕਰ ਰਹੇ ਸੀ। ਤਾਂ ਕੀ ਲੱਗਦਾ ਕਿ ਅੱਜ ਜਥੇਬੰਦੀਆਂ ਦੀਪ ਸਿੱਧੂ ਜਾਂ ਲੱਖਾ ਸਿਧਾਣਾ ਸਾਰੇ ਹੀ ਇੱਕ ਕਲਾਵੇ ਦੇ ਵਿੱਚ ਲੈ ਕੇ ਮੋਰਚੇ ਨੂੰ ਅੱਗੇ ਲੈ ਕੇ ਜਾਣਗੇ? ਦੇਖੋ, ਅਸੀਂ ਤਾਂ ਇਸ ਗੱਲ ਲਈ ਆਸਵੰਦ ਹੈ ਕਿ ਜਿਹੜਾ ਬੰਦਾ ਵੀ ਇਹ ਕਹੇ ਕਿ ਮੈਂ ਇਸ ਐਜੀਟੇਸ਼ਨ ਦੇ ਵਿੱਚ ਹਿੱਸਾ ਪਾਉਣਾ ਚਾਹਨਾ, ਉਹਦੇ ਵਿੱਚ ਅਸੀਂ ਪੰਜਾਬ ਤੋਂ ਬਾਹਰ ਇੰਡੀਆ ਤੋਂ ਬਾਹਰ ਪੂਰੀ ਦੁਨੀਆ ਦੇ ਜਿੰਨੇ ਬੰਦੇ ਸਹਿਯੋਗ ਕਰ ਰਹੇ ਜਾਂ ਕਰਨਾ ਚਾਹੁੰਦੇ, ਉਹਨਾਂ ਸਾਰਿਆਂ ਲਈ ਰਸਤੇ ਖੁੱਲ੍ਹੇ ਹੋਣੇ ਚਾਹੀਦੇ। ਤੋ ਪੰਜਾਬ ਦੇ ਵਿੱਚੋਂ ਕੋਈ ਸਟਰਗਲ 'ਚ ਆਪਣੇ ਤੌਰ ਤੇ ਹਿੱਸਾ ਪਾਉਣਾ ਚਾਹੁੰਦਾ, ਉਹਦੇ ਲਈ ਕੋਈ ਵੀ ਨਹੀਂ ਰਸਤਾ ਬੰਦ ਕਰ ਸਕਦਾ। ਤੋ ਇਹ ਤਾਂ ਸਾਨੂੰ ਤਾਂ ਆਸ ਹੈ ਕਿ ਸਾਰਿਆਂ ਲਈ ਰਸਤੇ ਖੁੱਲ੍ਹੇ ਹੋਣੇ ਚਾਹੀਦੇ। ਮਾਨ ਸਾਹਿਬ ਨੇ ਵੀ ਸਾਬਤ ਕਰ ਦਿੱਤਾ, ਉਹ ਕਹਿੰਦੇ ਕਿ ਲੱਖਾ ਸਿਧਾਣਾ ਸਾਡੀ ਸਟੇਜ ਤੋਂ ਬੋਲ ਸਕਦਾ, ਚਲੋ ਸਾਡੀਆਂ ਜਥੇਬੰਦੀਆਂ ਦਾ ਹਿੱਸਾ ਨਹੀਂ ਹੋ ਸਕਦਾ। ਕਿਸ ਤਰ੍ਹਾਂ ਦੇ? ਨਹੀਂ, ਮੈਂ ਇਹ ਗੱਲ ਦੁਬਾਰਾ ਤੁਹਾਨੂੰ ਕਹਿ ਰਿਹਾ ਕਿ ਜਿਹੜਾ ਸਟਰਗਲ ਦਾ ਫੋਕਸ ਹੈ ਉਹ ਸੈਂਟਰ ਦੇ ਨਾਲ ਲੜਾਈ ਆ। ਜਿਹੜੇ ਸਾਡੇ ਆਪਣੇ ਮਤਭੇਦ ਹੈ ਜਾਂ ਮਨਭੇਦ ਹੈ ਉਹ ਇਸ ਸਟਰਗਲ ਦਾ ਇੱਕ ਹਿੱਸਾ ਹੈ, ਬਟ ਸਾਰਾ ਕੁਝ ਉਹ ਨਹੀਂ ਹੈ। ਸਾਡੀ ਜਿਹੜੀ ਡਿਸਕਸ਼ਨ ਦਾ ਪਾਰਟ ਹੈ ਪਿਛਲੇ 2 ਮਹੀਨੇ 'ਚ, ਸਾਡੇ ਮਤਭੇਦ ਤੇ ਮਨਭੇਦ ਹੀ ਬਣੇ ਹੋਏ। ਸੈਂਟਰ ਦੇ ਨਾਲ ਅਸੀਂ ਇਹ ਲੜਾਈ ਕਿਵੇਂ ਲੜਨੀ ਆ, ਮੇਰੇ ਖਿਆਲ ਦੇ ਵਿੱਚ ਡਿਸਕਸ਼ਨ ਦੇ ਵਿੱਚ ਵੱਡਾ ਹਿੱਸਾ ਉਹ ਹੋਣਾ ਚਾਹੀਦਾ। ਤੋ ਇਹ ਮੈਂ ਜ਼ਰੂਰ ਕਹੂੰਗਾ ਕਿ ਅੱਜ ਦੀ ਘੜੀ ਜਿਹਨੇ ਵੀ ਭੂਮਿਕਾ ਇਹ ਨਿਭਾਈ ਕਿ ਉਹ ਏਕਤਾ ਦੀ ਬਜਾਏ ਮਤਭੇਦਾਂ ਨੂੰ ਵਧਾਉਣ ਦੀ ਗੱਲ ਕਰੂਗਾ, ਉਹਦਾ ਇਤਿਹਾਸ ਦੇ ਵਿੱਚ ਨਾਂ ਜਿਹੜਾ ਉਹ ਚੰਗਾ ਨਹੀਂ ਲਿਖਿਆ ਜਾਏਗਾ। ਉਹ ਚਾਹੇ ਕੋਈ ਲੀਡਰ ਹੋਵੇ, ਚਾਹੇ ਨੌਜਵਾਨ ਹੋਵੇ, ਕੋਈ ਵੀ ਹੋਵੇ। ਤੋ ਜਿਹਨੇ ਵੀ ਏਕਤਾ ਲਈ ਯਤਨ ਕਰਨੇ ਆ, ਏਕਤਾ ਲਈ ਵਿਚਾਰ ਰੱਖਣੇ ਆ, ਇਤਿਹਾਸ 'ਚ ਉਹਦਾ ਨਾਂ ਹੀ ਲਿਖਿਆ ਜਾਣਾ। ਇਤਿਹਾਸ ਨੇ ਨਿਖਾਰ ਲੈਣਾ ਸਾਰਾ ਕੁਝ। ਕੀ ਲੱਗਦਾ ਕਿ ਹੁਣ ਨੌਜਵਾਨ ਕੀ ਚਾਹੁੰਦੇ ਨੇ? ਅੱਜ ਵੀ ਭਾਰਤ ਬੰਦ ਕਰਨ ਦਾ ਸੱਦਾ ਦਿੱਤਾ ਗਿਆ ਸੀ, ਤਾਂ ਤੁਸੀਂ ਦੇਖੋ ਕਿ 12 ਘੰਟੇ ਆ ਜਿਹੜਾ ਉਹ ਬੰਦ ਕੀਤਾ ਗਿਆ, ਇੱਥੇ ਤੱਕ ਕਿ ਮੋਰਚੇ ਦੇ ਵਿੱਚ ਵੀ ਛੋਟੇ ਜਿਹੜੇ ਰਸਤੇ ਉਹ ਵੀ ਬੰਦ ਕਰ ਦਿੱਤੇ ਗਏ ਨੇ। ਲੱਗਦਾ ਕਿ ਉਤਸ਼ਾਹ ਦਿਖਾ ਰਹੇ ਨੇ ਨੌਜਵਾਨ ਇੱਥੇ? ਨਹੀਂ, ਜਿਹੜੇ ਵੀ ਇਹ ਤਾਂ ਚਲੋ ਕੋਈ ਮਹਾਰਾਜ ਦੀ ਐਸੀ ਕਲਾ ਰਹੀ ਆ ਕਿ ਇਸ ਸਟਰਗਲ ਦੇ ਵਿੱਚ ਜਿਹੜੇ ਵੀ ਪ੍ਰੋਗਰਾਮ ਕਿਸਾਨ ਯੂਨੀਅਨਾਂ ਵੱਲੋਂ ਦਿੱਤੇ ਗਏ ਆ ਉਹਨਾਂ ਨੂੰ ਲਾਗੂ ਕਰਨ ਲਈ ਕੋਈ ਬਹੁਤਾ ਯਤਨ ਨਹੀਂ ਕਰਨਾ ਪਿਆ, ਕਿਉਂਕਿ ਕਿਸਾਨ ਯੂਨੀਅਨ ਦੇ ਪ੍ਰੋਗਰਾਮਾਂ ਦੇ ਵਿੱਚ ਆਮ ਸਮਾਜ ਦੇ ਬਾਰੇ ਉਹਦੇ ਬਾਰੇ ਸਹਿਮਤੀ ਹੁੰਦੀ ਆ। ਨਹੀਂ, ਪਹਿਲਾਂ ਬਹੁਤੀ ਵਾਰੀ ਪ੍ਰੋਬਲਮ ਇਹ ਹੁੰਦੀ ਆ ਕਿ ਸਮਾਜ ਦੇ ਇੱਕ ਹਿੱਸੇ ਜਾਂ ਬਹੁਤੇ ਹਿੱਸਿਆਂ ਦੀ ਉਸ ਜਥੇਬੰਦੀ ਦੇ ਪ੍ਰੋਗਰਾਮਾਂ ਨਾਲ ਸਹਿਮਤੀ ਨਹੀਂ ਹੁੰਦੀ, ਬਟ ਇਸ ਮਸਲੇ ਦੇ ਵਿੱਚ ਇੱਕ ਖਾਸ ਗੱਲ ਹੈ ਕਿ ਆਮ ਸਮਾਜ ਕੋਆਪਰੇਟ ਕਰ ਰਿਹਾ। ਤੋ ਪ੍ਰੋਗਰਾਮ ਜੋ ਮਰਜ਼ੀ ਦੇ ਲਓ, ਛੋਟਾ ਦੇ ਲਓ, ਬੜਾ ਦੇ ਲਓ, ਉਹ ਬੜੀ ਸਫਲਤਾ ਨਾਲ ਲਾਗੂ ਹੋ ਜਾਂਦਾ। ਤੋ ਅੱਜ ਦਾ ਵੀ ਉਸੇ ਤਰ੍ਹਾਂ ਹੀ ਆ। ਮੇਰੇ ਕਹਿਣ ਤੋਂ ਭਾਵ ਸੀ ਕਿ ਨੌਜਵਾਨ ਹੁਣ ਕੀ ਚਾਹੁੰਦੇ ਆ, ਤੁਸੀਂ ਵੀ ਉਹਨਾਂ ਦੇ ਜਜ਼ਬਾਤਾਂ ਨੂੰ ਸਮਝਿਆ ਹੋਣਾ, ਕਿਉਂਕਿ ਹੁਣ ਹਰਦੀਪ ਸਿੰਘ ਡਿਬਡਿਬਾ ਜੀ ਨੇ ਵੀ ਖੁਦ ਨੌਜਵਾਨਾਂ ਨੂੰ ਪਹਿਲਾਂ ਪੜ੍ਹਿਆ ਹੈਗਾ ਕਿ ਨੌਜਵਾਨ ਕੀ ਚਾਹੁੰਦੇ ਨੇ, ਨੌਜਵਾਨਾਂ ਦੇ ਦਿਲਾਂ 'ਚ ਕੀ ਹੈਗਾ। ਤੁਹਾਨੂੰ ਕੀ ਲੱਗਦਾ ਹੈਗਾ ਕਿ ਕੀ ਨੌਜਵਾਨਾਂ ਦੇ ਵਿੱਚ ਵੀ ਇੱਕ ਵੰਨਗੀ ਨਹੀਂ ਨਾ ਹੈ। ਮੈਂ ਤਾਂ ਜਿਹੜੇ ਕੋਈ ਪੰਥ ਦੇ ਸੇਵਾਦਾਰ ਹੈ ਉਹਨਾਂ ਨੌਜਵਾਨਾਂ ਦੀ ਗੱਲ ਕਰ ਸਕਦਾ। ਇੱਕ ਨੌਜਵਾਨ ਉਹ ਆ ਜਿਹੜਾ ਪੰਜਾਬੀ ਸੱਭਿਆਚਾਰ ਤੋਂ ਪ੍ਰਭਾਵਿਤ ਹੋ ਕੇ ਇੱਥੇ ਆ ਰਿਹਾ। ਇੱਕ ਨੌਜਵਾਨ ਉਹ ਵੀ ਹੈਗਾ ਜਿਹੜੀਆਂ ਪੋਲੀਟੀਕਲ ਲਾਲਸਾਵਾਂ ਤੋਂ ਹੋਰ ਵੀ ਵੰਨਗੀਆਂ ਹੈਗੀਆਂ। ਤੋ ਹਰੇਕ ਵੰਨਗੀ ਦਾ ਜਿਹੜਾ ਨੌਜਵਾਨ ਹੈ ਉਹ ਆਪਣੇ ਹਿਸਾਬ ਨਾਲ ਸੋਚ ਰਿਹਾ। ਤੋ ਜਿਹੜੇ ਵੀ ਪੰਥ ਨੂੰ ਮੁੱਖ ਰੱਖ ਕੇ ਚੱਲਣ ਵਾਲੇ ਹੈਗੇ ਆ ਉਹਨਾਂ ਦੇ ਵਿੱਚ ਮੈਂ ਇਹ ਦੇਖਿਆ ਕਿ ਸਾਰੀਆਂ ਜਥੇਬੰਦੀਆਂ ਜਾਂ ਹੋਰ ਜਿੰਨੇ ਵੀ ਬੰਦੇ ਜਿਹੜੇ ਪੰਥ ਦੀ ਭਾਵਨਾ ਅਨੁਸਾਰ ਚੱਲਦੇ ਆ
ਉਹਨਾਂ ਦੀ ਇੱਕੋ ਹੀ ਭਾਵਨਾ ਆ, ਇੱਕੋ ਹੀ ਅਰਦਾਸ ਹੈ ਕਿ ਇਹ ਸਟਰਗਲ ਦੀ ਜਿੱਤ ਹੋਏ। ਤੇ ਇਹ ਕਿਉਂਕਿ ਅਸੀਂ ਇਹ ਸਮਝਦੇ ਹਾਂ ਕਿ ਇਹ ਜਿਹੜੀ ਸਟਰਗਲ ਹੈ ਇਹ ਕੋਈ ਬੰਦਿਆਂ ਦੀ ਚਲਾਈ ਹੋਈ ਨਹੀਂ ਹੈ, ਇਹ ਮਹਾਰਾਜ ਦੀ ਕਲਾ ਵਾਪਰ ਰਹੀ। ਤੋਂ ਮਹਾਰਾਜ ਦਾ ਕਾਰਜ ਸਮਝ ਕੇ ਅਸੀਂ ਸਾਰੇ 'ਚ ਸਹਿਯੋਗ ਪਾ ਰਹੇ ਹਾਂ। ਤੋਂ ਉਹ ਮਹਾਰਾਜ ਜਿੱਦਾਂ ਜਿੱਦਾਂ ਦੀ ਸਾਡੇ ਤੋਂ ਸੇਵਾ ਲਈ ਜਾਂਦਾ ਕਰੀ ਜਾਂਦੇ ਹਾਂ। ਜਾਂਦੇ ਜਾਂਦੇ ਕੋਈ ਮੈਸੇਜ ਦੇਣਾ ਚਾਹੋਗੇ? ਮੈਸੇਜ ਤਾਂ ਮਤਲਬ ਇਹੀ ਆ ਕਿ ਪਾਤਸ਼ਾਹ ਜੇ ਆਪਾਂ ਸਿੱਖੀ ਦੇ ਹਿਸਾਬ ਤੋਂ ਗੱਲ ਕਰੀਏ ਕਿ ਜਿਹਨੇ ਵੀ ਨਿਸ਼ਕਾਮ ਰਹਿ ਕੇ ਸਰਬੱਤ ਦੇ ਭਲੇ ਦੇ ਪਰਥਾਏ ਸੇਵਾ ਕਰਨੀ ਆ, ਉਹਦਾ ਇਹ ਜਹਾਨ ਵੀ ਤੇ ਉਹਦਾ ਉਹ ਜਹਾਨ ਵੀ ਦੋਏ ਸਵਰਨੇ ਆ। ਤੋ ਆਪਾਂ ਆਪਣੇ ਤੌਰ ਦੇ ਉੱਤੇ ਸਰਬੱਤ ਦੇ ਭਲੇ ਦੀ ਮਨਸ਼ਾ ਦੇ ਨਾਲ ਇਹਦੇ ਵਿੱਚ ਆਪਣੀ ਐਫਰਟ ਪਾਈਏ। ਤੇ ਚਾਹੇ ਨੌਜਵਾਨ ਹੈ ਚਾਹੇ ਕਿਸਾਨ ਹੈ, ਜਿਹੜਾ ਵੀ ਇੱਥੇ ਸਰਬੱਤ ਦੇ ਭਲੇ ਦੀ ਬਜਾਏ ਆਪਣੇ ਭਲੇ ਦੇ ਹਿਸਾਬ ਦੇ ਨਾਲ ਕੁਝ ਅਮਲ ਜਾਂ ਕੁਝ ਵਿਚਾਰ ਪੇਸ਼ ਕਰ ਰਿਹਾ, ਉਹ ਆਪ ਹੀ ਸਮੇਂ ਨੇ ਸਪਸ਼ਟ ਕਰ ਦੇਣਾ। ਆਪਾਂ ਇਸ ਬਹੁਤੀ ਬਹਿਸ 'ਚ ਨਾ ਪਈਏ ਵੀ ਕੋਈ ਆਪਣੇ ਫਾਇਦੇ ਲਈ ਕਰ ਰਿਹਾ ਜਾਂ ਨਹੀਂ ਕਰ ਰਿਹਾ, ਕੋਈ ਕਿਸੇ ਨੂੰ ਕਿਆ ਕਹਿ ਰਿਹਾ ਜਾਂ ਕਿਆ ਨਹੀਂ ਕਹਿ ਰਿਹਾ। ਉਹ ਠੀਕ ਹੈ ਕਿ ਉਹ ਸਾਰਿਆਂ ਦੇ ਆਪੋ ਆਪਣੇ ਸੁਭਾਅ ਨੇ, ਬਟ ਆਪਾਂ ਆਪਣੀ ਜਿਹੜੀ ਆਪਣੀ ਭੂਮਿਕਾ ਆ ਉਹ ਆਪਾਂ ਇਸ ਤਰ੍ਹਾਂ ਚੱਲੀਏ ਕਿ ਆਪਾਂ ਨਿਸ਼ਕਾਮ ਹੋ ਕੇ ਮਹਾਰਾਜ ਦਾ ਕਾਰਜ ਸਮਝ ਕੇ ਸੇਵਾ ਪਾਈਏ। ਸੋ ਦਰਸ਼ਕੋ, ਇਹ ਸਨ ਪੰਥਕ ਸ਼ਖਸੀਅਤ ਮਨਧੀਰ ਸਿੰਘ ਜੀ, ਜਿਹੜੇ ਕਿ ਲਗਾਤਾਰ ਇਸ ਕਿਸਾਨੀ ਅੰਦੋਲਨ 'ਚ ਸੇਵਾਵਾਂ ਵੀ ਨਿਭਾ ਰਹੇ ਸੀ। ਸੋ ਬਣੇ ਰਹੋ ਪੰਜਾਬ ਨਿਊਜ਼ ਨਾਲ, ਇੱਦਾਂ ਦੀਆਂ ਸ਼ਖਸੀਅਤਾਂ ਤੁਹਾਡੇ ਰੂਬਰੂ ਕਰਦੇ ਰਹਾਂਗੇ। ਤਦ ਤੱਕ ਲਈ ਇਜਾਜ਼ਤ ਦਿਓ।